ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ, ਸਿੱਖਾਂ ਦਾ ਆਪਣਾ ਚੈਨਲ, ਜਿਸ ਨੂੰ ਇੰਗਲੈਂਡ ਦੀ ਧਰਤੀ ਤੇ ਪੰਜਾਬੀਆਂ ਨੇ ਬੇਹੱਦ ਪਿਆਰ, ਬੇਹੱਦ ਸਤਿਕਾਰ ਦਿੱਤਾ ਤੇ ਖਾਸ ਕਰ ਬਰਮਿੰਘਮ ਤੇ ਇਸ ਦੇ ਆਲੇ ਦੁਆਲੇ ਦੇ ਵੱਸਦੇ ਵਸਨੀਕਾਂ ਨੇ। ਤੇ ਬਰਮਿੰਘਮ ਦੇ ਵਿੱਚ ਕੋਈ ਫੰਕਸ਼ਨ ਹੋਵੇ, ਚਾਹੇ ਵਿਸਾਖੀ ਦਾ ਹੋਵੇ, ਚਾਹੇ ਕੋਈ ਹੋਰ ਹੋਵੇ, ਚਾਹੇ ਕਿਸੇ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਸਮਾਗਮ ਹੋਵੇ, ਤੇ ਸਿੱਖ ਚੈਨਲ ਉੱਥੇ ਨਾ ਪੁੱਜੇ, ਇਹ ਹੋ ਨਹੀਂ ਸਕਦਾ। ਸੋ ਇਸ ਕਰਕੇ ਪਿਛਲੇ ਅਨੇਕਾਂ ਸਾਲਾਂ ਤੋਂ ਜੋ ਵਿਸਾਖੀ ਦਾ ਮੇਲਾ ਹੈਂਡਸਵਰਥ ਦੀ ਪਾਰਕ ਵਿੱਚ ਮਨਾਇਆ ਜਾਂਦਾ ਸੀ, ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਇਕੱਤਰ ਹੁੰਦੀਆਂ ਸੀ, ਦੋ ਪਾਸਿਆਂ ਤੋਂ ਨਗਰ ਕੀਰਤਨ ਉੱਥੇ ਪਹੁੰਚਦੇ ਸਨ, ਇੱਕ ਸਮੈਦਿਕ ਤੋਂ ਤੇ ਇੱਕ ਗ੍ਰਾਮ ਸਟਰੀਟ ਜੁਐਲਰੀ ਕੋਟਰ ਤੋਂ। ਲੇਕਿਨ ਕਰੋਨਾ ਦੀ ਮਾਰ ਪੈਣ ਕਰਕੇ 2 ਸਾਲ ਤੋਂ ਜੋ ਇਹ ਨਗਰ ਕੀਰਤਨ ਸਨ ਜਾਂ ਵਿਸਾਖੀ ਦਾ ਮੇਲਾ ਸੀ, ਉਸ ਨੂੰ ਗੁਰਦੁਆਰਾ ਕੌਂਸਲ ਵੱਲੋਂ ਨਹੀਂ ਕਰਵਾਇਆ ਜਾ ਸਕਿਆ। ਲੇਕਿਨ ਇਸ ਵਾਰ ਜੋ ਸਿਰਫ ਨਗਰ ਕੀਰਤਨ ਕੱਢੇ ਜਾਣਗੇ 28 ਮਈ ਨੂੰ, ਇਸ ਮਹੀਨੇ ਦੇ ਅਖੀਰ ਤੇ, ਜਿੱਥੇ ਜਿਸ ਦੀ ਡੀਟੇਲਸ ਮੇਰੇ ਨਾਲ ਜੋ ਮੇਰੇ ਬੜੇ ਹਰਮਨ, ਮੇਰੇ ਵੱਡੇ ਵੀਰ, ਜੋ ਸਿੱਖ ਕਮਿਊਨਿਟੀ 'ਚ ਬੜਾ ਆਪਣਾ ਨਾਮ ਰੱਖਦੇ ਨੇ, ਡਾਕਟਰ ਪਿਆਰਾ ਸਿੰਘ ਜੀ ਭੋਗਲ ਸਾਹਿਬ, ਜੋ ਗੁਰਦੁਆਰਾ ਕੌਂਸਲ ਦੇ ਵਿੱਚ ਵੀ ਨੇ, ਅਤੇ ਤੁਹਾਡੀ ਜਾਣੀ ਪਹਿਚਾਣੀ ਸ਼ਖਸੀਅਤ ਸਰਦਾਰ ਧਨਵੰਤ ਸਿੰਘ ਜੀ ਬਾੜਾ ਸਾਹਿਬ, ਉਹ ਦੱਸਣਗੇ। ਸਭ ਤੋਂ ਪਹਿਲਾਂ ਤੇ ਡਾਕਟਰ ਸਾਹਿਬ, ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਇਸ ਵਾਰੀ 28 ਮਈ ਨੂੰ ਜੋ ਨਗਰ ਕੀਰਤਨ ਆਰੰਭ ਹੋਣੇ ਨੇ, ਕਿੱਥੋਂ ਆਰੰਭ ਹੋਣੇ ਨੇ, ਕਿਸ ਤਰ੍ਹਾਂ ਜਾਣੇ ਨੇ, ਤੁਸੀਂ ਥੋੜੀ ਜਿਹਾ ਡੀਟੇਲਸ ਬਾਰੇ ਦੱਸਿਓ ਉਹਨਾਂ ਦੀ, ਤਾਂ ਕਿ ਸੰਗਤਾਂ ਨੂੰ ਪਤਾ ਲੱਗ ਸਕੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਪਹਿਲਾਂ ਤਾਂ ਮੈਂ ਸਿੱਖ ਚੈਨਲ ਦਾ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਦਾਸਾਂ ਨੂੰ ਇਹ ਮੌਕਾ ਦਿੱਤਾ ਕਿ ਅਸੀਂ ਆਪਣੇ ਦਰਸ਼ਕਾਂ ਦੇ ਦਰਸ਼ਨ ਕਰ ਸਕੀਏ। ਹਾਂਜੀ, ਇਹ ਜਿਹੜਾ ਪ੍ਰੋਗਰਾਮ ਹੈ 28 ਮਈ ਸੰਡੇ ਆਉਣ ਵਾਲੇ ਜਿਹੜੇ 2 ਵੀਕਾਂ ਦਾ ਐਤਵਾਰ ਆਉਂਦਾ ਹੈ, ਇਹਦੀ ਸ਼ੁਰੂਆਤ ਨਗਰ ਕੀਰਤਨ ਦੀ ਬਾਬੇ ਕੇ ਹੌਕਲੀ ਫਲਾਵਰ ਤੋਂ ਫਲਾਈਓਵਰ ਜਿਹੜਾ ਹੈ ਉੱਥੋਂ 9 ਵਜੇ ਸਵੇਰੇ ਆਰੰਭ ਹੋਏਗੀ। ਆਰੰਭ ਹੋਣ ਤੋਂ ਬਾਅਦ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਪਿੱਛੇ ਚੱਲਦੇ ਹੋਏ ਸੋਹਰ ਰੋਡ ਗੁਰਦੁਆਰਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਉਸ ਤੋਂ ਫਿਰ ਅੱਗੇ ਜਾ ਕੇ ਸ਼੍ਰੀ ਗੁਰੂ ਰਵਿਦਾਸ ਭਵਨ ਜੀ, ਤੇ ਫਿਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ, ਉੱਥੋਂ ਬੋਸ ਸਟਰੀਟ, ਲਾਲ ਸਟਰੀਟ ਤੋਂ ਹੁੰਦਾ ਹੋਇਆ ਇਹ ਗੁਰੂ ਨਾਨਕ ਗੁਰਦੁਆਰਾ ਹਾਈ ਸਟਰੀਟ ਸਮੈਥਕ, ਜਿਹਨੂੰ ਬੜਾ ਗੁਰਦੁਆਰਾ ਅਸੀਂ ਕਹਿੰਦੇ ਹਾਂ, ਉੱਥੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਸੰਘ ਜੀ, ਤੇ ਉਸ ਤੋਂ ਬਾਅਦ ਇਹ ਗੁਰੂ ਹਰਿਰਾਏ ਸਾਹਿਬ ਉੱਥੇ ਪਹੁੰਚਣਗੇ, ਜਿੱਥੇ ਦੀਵਾਨ ਸਜਾਏ ਜਾਣਗੇ। ਉਹਨਾਂ ਦੀ ਜੋ ਨਵੀਂ ਯੂਨਿਟ ਹੈ ਉਹਦੇ ਵਿੱਚ ਸੰਗਤਾਂ ਪਾਸ ਇਹੀ ਬੇਨਤੀ ਹੈ ਕਿ ਆਪ ਜੀ ਨੇ ਪੂਰੇ ਜ਼ੋਰ ਸ਼ੋਰ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਹੋਇਆਂ ਇਸ ਨਗਰ ਕੀਰਤਨ ਦੇ ਵਿੱਚ ਆਪਣੇ ਜਨਮ ਸਫਲ ਕਰਨੇ ਨੇ, ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ, ਔਰ ਨਗਰ ਕੀਰਤਨ ਦੇ ਵਿੱਚ ਜੋ ਸਿਰਜਣਾ ਦਿਵਸ ਆਫ ਖਾਲਸਾ ਵਾਸ ਕ੍ਰੀਏਟਿਡ ਇਨ 1699, ਉਸ ਨੂੰ ਸੈਲੀਬ੍ਰੇਟ ਕਰਦਿਆਂ ਹੋਇਆਂ ਇਹ ਨਗਰ ਕੀਰਤਨ ਦੀ ਜਿਹੜੀ ਸਮਾਪਤੀ ਹੈ, ਜੋ ਪ੍ਰੋਗਰਾਮ ਦੀ ਉੱਥੇ ਹਾਲ 'ਚ ਸਮਾਪਤ, ਉਹ 11 ਵਜੇ ਤੋਂ ਲੈ ਕੇ 6:30 ਵਜੇ ਤੱਕ ਦੀਵਾਨ ਸਜਣਗੇ। ਇਹ ਦਾਸ ਬੇਨਤੀ ਕਰਦਾ ਹੈ ਆਪਦੇ ਸਾਰਿਆਂ ਚਰਨਾਂ ਦੇ ਵਿੱਚ, ਔਰ ਸਾਡੇ ਬਲਹਾਰ ਸਿੰਘ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਸਾਨੂੰ ਆਪ ਜੀ ਦੇ ਦਰਸ਼ਨ ਕਰਨ ਦੀ ਮੌਕੇ ਦਿੱਤੇ ਨੇ ਜੀ। ਡਾਕਟਰ ਸਾਹਿਬ ਜੀ, ਜਿੱਥੋਂ ਤੱਕ ਮੈਂ ਜਾਣਦਾ, ਕਿਉਂਕਿ ਮੈਂ ਵੀ ਮੀਟਿੰਗ ਵਿੱਚ ਆਉਂਦਾ ਹਾਂ, ਮੇਰੇ ਹਿਸਾਬ ਨਾਲ 9 ਵਜੇ ਆਰੰਭ ਹੋਣੇ ਨਾ ਗੁਰਦੁਆਰਾ ਬਾਬੇ ਕੇ ਤੋਂ। ਹਾਂਜੀ, 9 ਵਜੇ ਸਵੇਰੇ ਆਰੰਭ ਹੋਣੇ। ਹਾਂਜੀ, ਮੈਂ ਇੱਥੇ ਸਾਨੂੰ ਹਾਂਜੀ ਉਹ ਇਸ ਤਰ੍ਹਾਂ ਹੈ ਵੀ ਜਿੱਦਾਂ ਗੁਰਦੁਆਰਾ ਆਪਣੇ ਹੈਗਾ ਦਸ਼ਮੇਸ਼ ਟੈਂਪਲ ਹੋਇਆ, ਤੇ ਇੱਧਰੋਂ ਜੇ ਰਾਮਗੜੀਆ ਗੁਰਦੁਆਰਾ ਗ੍ਰਾਮ ਸਟਰੀਟ ਤੋਂ ਉਹਦੀਆਂ ਸੰਗਤਾਂ ਜਿਹੜੀਆਂ ਉੱਥੇ ਗੁਰੂ ਸਾਹਿਬ ਦੇ ਨਾਲ ਹਾਜ਼ਰੀ ਭਰਨ ਲਈ ਬਾਬੇ ਕੇ ਗੁਰਦੁਆਰੇ ਪਹੁੰਚਣਗੀਆਂ। ਜਿੱਦਾਂ ਆਪ ਜੀ ਨੂੰ ਪਤਾ ਹੀ ਹੈ, ਕਿਉਂਕਿ ਇਹ ਆਲਮੋਸਟ 5 ਮੀਲ ਦਾ ਨਗਰ ਕੀਰਤਨ ਹੋ ਜਾਂਦਾ ਟੋਟਲ ਦਾ, ਤੇ ਜੋ ਅੱਗੇ ਸੈਂਡਲ ਵਿੱਚ ਨਗਰ ਕੀਰਤਨ ਕੱਢਦੇ ਨੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਤੇ, ਉਹਦੀ ਵੀ ਕੋਈ ਜਿਹੜੀ ਲੰਬਾਈ ਆ ਉਹ ਅਬਾਊਟ 5 ਮੀਲ ਹੁੰਦੀ ਹੈ। ਇਸ ਕਰਕੇ ਅਸੀਂ ਉਸ ਤੋਂ ਲੰਬੀ ਨਹੀਂ ਸੀ ਕਰਨਾ ਚਾਹੁੰਦੇ, ਤਾਂ ਕਿ 5 ਪਿਆਰੇ ਸਾਹਿਬਾਨ ਜਾਂ ਕੋਈ ਵੀ ਹੋਰ ਸੰਗਤ ਨੂੰ ਬਾਹਲੀ ਦਿੱਕਤ ਨਾ ਹੋਵੇ। ਬਿਲਕੁਲ ਜੀ। ਇੱਥੇ ਮੈਂ ਦੱਸਦਾ ਜਾਵਾਂ, ਸਾਨੂੰ ਆਪਣੇ ਘਰਾਂ 'ਚ ਬੈਠੇ ਵੇਖ ਰਿਹਾ, ਸੁਣ ਰਿਹਾ
ਕਿ ਜਦੋਂ ਹਾਂਜੀ ਨਗਰ ਕੀਰਤਨ ਸੋਹੋ ਰੋਡ ਤੋਂ ਬਾਅਦ ਸੋਹੋ ਥਾਣੀ ਗੁਰੂ ਨਾਨਕ ਨਿਸ਼ਕਾਮ ਜਥੇ ਤੋਂ ਗਾਹਾਂ ਜਾਵੇਗਾ, ਜਿੱਥੇ ਗਰੋਵਲੈਂਡ ਦੇ ਰਵਿਦਾਸ ਭਵਨ ਦੀਆਂ ਸੰਗਤਾਂ ਨੇ ਉੱਥੇ ਸਮੂਲੀਅਤ ਕਰਨੀ ਹੈ, ਜੁਆਇਨ ਕਰਨਾ। ਉੱਥੇ ਗੁਰਦੁਆਰਾ ਹਾਂਜੀ ਸਿੰਘ ਸਭਾ ਅਕਾਲ ਦਰਬਾਰ ਦੀਆਂ ਸੰਗਤਾਂ ਵੀ ਉੱਥੇ ਹੀ ਜੁਆਇਨ ਕਰਨਗੀਆਂ। ਉੱਥੇ ਹੀ ਜੁਆਇਨ। ਹਾਂਜੀ ਤੇ ਮੈਂ ਨਾਲ ਦੀ ਨਾਲ ਬੇਨਤੀ ਕਰਦਾ ਜਾਵਾਂ, ਸਮਰਸੈਟ ਸਿੰਘ ਸਭਾ ਸਮਰਸੈਟ ਗੁਰਦੁਆਰਾ ਜੋ ਹਾਂਜੀ ਉੱਥੋਂ ਦੀਆਂ ਸੰਗਤਾਂ ਨੇ, ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਵੀ ਸੋਹੋ ਰੋਡ ਤੇ ਆਣ ਕੇ ਜੁਆਇਨ ਕਰਨ ਦੀ ਕਿਰਪਾਲਤਾ ਕਰਨ। ਇਸੇ ਤਰ੍ਹਾਂ ਗੁਰਦੁਆਰਾ ਬੇਬੇ ਨਾਨਕੀ ਜੀ ਦੀਆਂ ਸਮੂਹ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਵੀ ਉੱਥੇ ਹਾਂਜੀ ਆਣ ਕੇ ਨਾਲ ਜੁਆਇਨ ਕਰਨ ਦੀ ਕੋਸ਼ਿਸ਼ ਕਰਨ। ਬਾੜਾ ਸਾਹਿਬ ਜੀ, ਕਿਉਂਕਿ ਨਾਰਮਲੀ ਇਹ ਜੋ ਅਪ੍ਰੈਲ ਦੇ ਅਖੀਰਲੇ ਹਫ਼ਤੇ, ਅਖੀਰਲੇ ਐਤਵਾਰ ਨੂੰ ਇਹ ਜੋ ਵਿਸਾਖੀ ਦਾ ਮੇਲਾ ਹੁੰਦਾ ਪਿਛਲੇ ਅਨੇਕਾਂ ਸਾਲਾਂ ਤੋਂ, ਲੇਕਿਨ ਐਤਕੀ 1 ਮਹੀਨਾ ਲੇਟ ਆ। ਤੇ ਤੁਸੀਂ ਇਹਦੇ ਬਾਰੇ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ, ਤੇ ਨਾਲੇ ਤੁਹਾਡੇ ਵੱਲੋਂ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਸਿੱਖ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਅਤੇ ਆਪਣੀ ਟੀਮ ਵੱਲੋਂ ਸਾਰਿਆਂ ਨੂੰ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭੋਗਲ ਸਾਹਿਬ ਨੇ ਬਹੁਤ ਡਿਟੇਲ ਦੇ ਵਿੱਚ ਦੱਸ ਦਿੱਤਾ, ਪਰ ਜਿਸ ਤਰ੍ਹਾਂ ਸੰਗਤਾਂ ਦਾ ਉਤਸ਼ਾਹ ਆ, ਬਹੁਤ ਫੋਨ ਆਉਂਦੇ ਰਹਿੰਦੇ ਸੀ, ਦਾਸ ਨੂੰ ਵੀ ਤੇ ਆਪ ਜੀ ਨੂੰ ਵੀ ਫੋਨ ਆਉਂਦੇ ਰਹਿੰਦੇ ਕਿ ਵੀ ਇਸ ਟਾਈਮ ਨਗਰ ਕੀਰਤਨ ਕਦੋਂ ਚਾਲੇ ਪਾ ਰਹੇ ਨੇ ਅਤੇ ਕਦੋਂ ਉੱਥੇ ਮੇਲਾ ਲੱਗੇਗਾ। ਪਰ ਲੇਕਿਨ ਕਿਸੇ ਵੀ ਰੀਜ਼ਨਾਂ ਕਰਕੇ, ਕਿਉਂਕਿ ਉਦਾਂ 2, 2.5, 3 ਸਾਲ ਤੇ ਕੋਵਿਡ ਨੇ ਲੈ ਲਏ, ਜਿਹਦੇ ਕਰਕੇ ਮਤਲਬ ਸਾਨੂੰ ਇਹ ਦਿੱਕਤ ਆਈ ਹੈ ਜੀ। ਹਾਂਜੀ, ਬਾਕੀ ਦੂਸਰੀ ਚੀਜ਼ ਇਹ ਆ ਕਿ ਜਿਸ ਤਰ੍ਹਾਂ ਭੋਲ ਸਾਹਿਬ ਨੇ ਦੱਸਿਆ, ਤੁਸੀਂ ਦੱਸਿਆ ਕਿ ਜਿਹਨੇ ਵੀ ਸਾਊਥ ਬਰਮਿੰਘਮ ਦੇ ਸਟੈਪ ਰੋਡ ਤੋਂ ਗੁਰਦੁਆਰਾ ਰਾਮਗੜੀਆ, ਸਮਾਲ ਈਸਟਰ ਗੁਰਦੁਆਰਾ ਜੀ, ਜਿਹੜੇ ਹੋਰ ਗੁਰਦੁਆਰੇ ਜਿਸ ਤਰ੍ਹਾਂ ਆਪਣੇ ਆਲਰੇਜ ਰੋਡ ਤੇ ਗੁਰਦੁਆਰਾ ਆ, ਹਾਂਜੀ, ਇਹ ਸਾਰੇ ਗੁਰਦੁਆਰੇ ਬਾਬੇ ਕੇ ਇਕੱਠੇ ਹੋ ਕੇ ਸੰਗਤਾਂ ਨੇ ਜੀ ਉੱਥੋਂ ਆਪਾਂ 9, 9:30 ਚਾਲੇ ਪਾਣੇ, 9:30 ਨਹੀਂ 9 ਜਿਸ ਤਰ੍ਹਾਂ ਭੋਗਲ ਉਹਨਾਂ ਨੇ ਦੱਸਿਆ, ਕਿਉਂਕਿ ਟਾਈਮ ਨਾਲ ਚੱਲਾਂਗੇ ਤੇ ਅੱਗੇ ਟਾਈਮ ਨਾਲ ਪਹੁੰਚਾਂਗੇ। ਤੇ ਬਾਕੀ ਸੰਗਤਾਂ ਦਾ ਬੜਾ ਉਤਸ਼ਾਹ ਹੈ ਜੀ। ਐਤਕੀ ਮੈਨੂੰ ਜਾਨੀ ਦਾਸ ਨੂੰ ਮੌਕਾ ਮਿਲਿਆ ਕਿ ਵੇਵਲੋਂ ਤਾਂ ਜਾਈਦਾ, ਹਰ ਸਾਲ ਜਾਈਦਾ, ਪਰ ਇਸ ਸਾਲ ਵੀ ਗਏ ਆ। ਔਰ ਉੱਥੇ ਇਕੱਠ ਬਹੁਤ ਸੀ, ਜਿਹੋ ਜਿਹਾ ਇਕੱਠ ਆਪਣੇ ਹੈਂਡਵਰਕ ਪਾਰਕ ਦੇ ਵਿੱਚ ਹੁੰਦਾ ਸੀ, ਐਤਕੀ ਸੰਗਤਾਂ ਦਾ ਅਥਾ ਹਾਂਜੀ ਜੋਸ਼ ਸੀ ਜੋ ਉਹ ਆਪਣੇ ਬੁਲ੍ਹਾਨਟਨ ਮੇਲੇ ਦੇ ਵਿੱਚ ਵੀ ਦੇਖਣ ਨੂੰ ਮਿਲਿਆ। ਸੋ ਮਤਲਬ ਸੰਗਤਾਂ ਉਤਾਵਲੀਆਂ ਹੁੰਦੀਆਂ ਨੇ ਨਗਰ ਕੀਰਤਨ, ਕਿਉਂਕਿ ਬਰਮਿੰਘਮ ਦਾ ਮੇਰੇ ਖਿਆਲ ਕਿ ਇੰਗਲੈਂਡ ਦਾ ਹੀ ਨਹੀਂ ਕਿਹਾ ਜਾ ਸਕਦਾ, ਯੂਰਪ ਦਾ ਹੀ ਕਿਹਾ ਜਾ ਸਕਦਾ, ਕਿ ਪਹਿਲਾ ਨਗਰ ਕੀਰਤਨ ਅਤੇ ਮੇਲਾ ਸ਼ੁਰੂ ਹੋਇਆ ਸੀ। ਬਹੁਤ ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਜ਼ਰੂਰ ਨਿਕਲਦੇ ਨੇ, ਹਾਂਜੀ, ਪਰ ਲੇਕਿਨ ਮੇਲਾ ਜਿਹੜਾ ਸੀ ਇਹ ਕੁਝ ਕਥਾਵਾਂ ਤੇ ਹੀ ਲੱਗਦੇ ਨੇ, ਜਿਹੜਾ ਕਿ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਉੱਥੇ ਮੇਲਾ ਲੱਗਦਾ। ਪਰ ਲੇਕਿਨ ਲੋਕਾਂ ਦਾ ਬੜਾ ਉਤਸ਼ਾਹ ਸੀ ਕਿ ਵੀ ਇਸ ਮੇਲੇ ਦੇ ਵਿੱਚ, ਕਿਉਂਕਿ ਮੇਲਾ ਮੇਲੀਆਂ ਦਾ, ਕਿਉਂਕਿ ਉਹਦੇ ਵਿੱਚ ਇੱਕ ਦੂਸਰੇ ਨੂੰ ਆਪਾਂ ਮਿਲਦੇ ਵੀ ਆ, ਬੜੀ ਦੂਰ ਦਰਾਡਿਆਂ ਤੋਂ ਲੋਕੀ ਆਏ ਹੁੰਦੇ ਨੇ, ਹਾਂਜੀ, ਉਹ ਉਤਸ਼ਾਹ ਜਿਹੜਾ ਦੇਖਣ ਚ ਉਹ ਮੇਲਿਆਂ ਦੇ ਵਿੱਚ ਹੀ ਆਉਂਦਾ ਆ। ਸੋ ਮਤਲਬ ਸੰਗਤਾਂ ਨੂੰ ਇਸ ਚੀਜ਼ ਦੀ ਆਪਾਂ ਅਪੀਲ ਕਰਦੇ ਆ, ਆਪਾਂ ਉਹਨਾਂ ਨੂੰ ਸੂਚਨਾ ਇਹ ਦਿੰਦੇ ਆ ਵੀ 28 ਤਰੀਕ ਨੂੰ ਆਪਾਂ ਹਮਾ ਕੇ ਜਿੱਥੋਂ ਜਿੱਥੋਂ ਆਪ ਰਲ ਸਕਦੇ ਹੋ ਉੱਥੇ ਉੱਥੇ ਰਲਣ ਦੀ ਕੋਸ਼ਿਸ਼ ਕਰੋ। ਉੱਦਾਂ ਜਿਹੜਾ ਪੰਜਾਂ ਪਿਆਰਿਆਂ ਦੀ ਅਗਵਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਨਾਲ ਜਿਹੜਾ 9 ਵਜੇ ਆਪਾਂ ਬਾਬੇ ਕੇ ਗੁਰਦੁਆਰੇ ਹੌਕਲੀ ਤੋਂ ਆਪਾਂ ਚਾਲੇ ਪਾਣੇ ਨੇ। ਫਿਰ ਇਸ ਤਰ੍ਹਾਂ ਜਿਸ ਤਰ੍ਹਾਂ ਅੱਗੇ ਹੋਣਗੇ, ਜਿਹੜੇ ਸਟਾਲ ਲਾਣੇ ਨੇ, ਜਿਨ੍ਹਾਂ ਨੇ ਸੇਵਾ ਕਰਨੀਆਂ ਨੇ ਰਾਹ ਦੇ ਵਿੱਚ, ਉਹ ਸੰਗਤਾਂ ਦੇ ਆਪਣੇ ਜਿੱਥੇ ਵੀ ਉਹਨਾਂ ਨੂੰ ਜਗ੍ਹਾ ਮਿਲੇ ਜਾਂ ਜਿੱਥੇ ਕਿਤੇ ਸ਼ੌਪਕੀਪਰ ਨੂੰ ਪੁੱਛ ਕੇ ਉਹਨਾਂ ਦੇ ਮੂਹਰੇ ਆਪਣੇ ਸਟਾਲ ਲਾ ਕੇ ਸੰਗਤਾਂ ਦੀਆਂ ਸੇਵਾਵਾਂ ਨਿਭਾ ਸਕਦੇ ਹੋ। ਸੰਗਤਾਂ ਦੇ ਲਈ ਉਹਨਾਂ ਨੇ ਚਾਹ ਪਾਣੀ, ਜੋ ਦੂਰ ਦਰੇੜਿਓਂ ਆਏ ਨੇ ਉਹਨਾਂ ਦੇ ਵਾਸਤੇ ਆਪਣਾ ਲੰਗਰ, ਜੋ ਵੀ ਜਿਸ ਤਰ੍ਹਾਂ ਦੀ ਵੀ ਕਿਸੇ ਦੀ ਸ਼ਰਧਾ ਆ ਉਹ ਉੱਥੇ ਕਰ ਸਕਦੇ ਨੇ ਜੀ। ਬਿਲਕੁਲ ਬਿਲਕੁਲ। ਇੱਥੇ ਮੈਂ ਡਾਕਟਰ ਸਾਹਿਬ ਇੱਕ ਜ਼ਰੂਰੀ ਬੇਨਤੀ ਕਰਨਾ ਚਾਹਾਂਗਾ, ਜਿਹੜੀ ਜ਼ਰੂਰੀ ਨਹੀਂ ਕਿ ਜਿਹਨਾਂ ਗੁਰਦੁਆਰਾ ਸਾਹਿਬਾਨਾਂ ਨੂੰ ਆਪਾਂ ਬੇਨਤੀ ਕੀਤੀ ਉਹਨਾਂ ਦੀਆਂ ਸੰਗਤਾਂ ਹੀ ਸਮੂਲੀਅਤ ਕਰਨਗੀਆਂ, ਕਿਉਂਕਿ ਬਰਮਿੰਘਮ ਇਹਦੇ ਆਲੇ ਦੁਆਲੇ ਵੱਸਦੇ ਅਨੇਕਾਂ ਸ਼ਹਿਰ ਨੇ, ਜਿਵੇਂ ਕਿ ਡਡਲੀ ਹੋ ਗਿਆ, ਵਾਲਸਲ ਹੋ ਗਿਆ, ਹਾਂਜੀ ਬਰਮਿੰਘਮ ਦੇ ਪਰਲੇ ਬੰਨੇ ਸੋਲੀਅਲ ਹੋ ਗਿਆ, ਸਟਨ ਕੋਲਡਫੀਲਡ ਹੋ ਗਿਆ, ਇਸੇ ਤਰ੍ਹਾਂ ਬੁਲਹੈਂਪਟਨ ਜਾਂ ਆਪਾਂ ਬੈਲਸਟਨ ਕਹਿ ਦਈਏ, ਬਿਲਨਹਾਲ ਕਹਿ ਦਈਏ, ਜਾਂ ਅਨੇਕਾਂ ਹੋਰ ਛੋਟੇ ਪਿੰਡ ਜਿੱਥੇ ਅਨੇਕਾਂ ਪੰਜਾਬੀ ਵੱਸਦੇ ਨੇ, ਗੁਰੂ ਨਾਨਕ ਨਾਮ ਲੇਵਾ ਸਿੱਖ ਵੱਸਦੇ ਨੇ। ਅਸੀਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਜਿਸ ਤਰ੍ਹਾਂ ਬਾੜਾ ਸਾਹਿਬ ਨੇ ਵੀ ਦੱਸਿਆ ਕਿ ਐਤਕੀ, ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਗੱਲ ਸੀ ਕਿ ਸ਼ਾਇਦ ਅੱਗੇ ਜਿਸ ਤਰ੍ਹਾਂ 2 ਸਾਲ ਨਹੀਂ ਨਗਰ ਕੀਰਤਨ ਜਾਂ ਵਿਸਾਖੀ ਦਾ ਮੇਲਾ ਨਹੀਂ ਹੋ ਸਕਿਆ, ਲੋਕੀ ਸੋਚਦੇ ਸੀ ਐਤਕੀ ਵੀ ਖਰੇ ਅਪ੍ਰੈਲ ਮਹੀਨਾ ਲੰਘ ਗਿਆ, ਸ਼ਾਇਦ ਇਹ ਨਹੀਂ ਹੋਵੇਗਾ। ਇਸੇ ਕਰਕੇ ਹੀ ਬਾਕੀ ਦੇ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੇ ਨਗਰ ਕੀਰਤਨ ਵਿੱਚ ਸਮੂਲੀਅਤ ਕੀਤੀ। ਲੇਕਿਨ ਬਰਮਿੰਘਮ ਜੋ ਇੰਗਲੈਂਡ ਦਾ ਦੂਜਾ ਵੱਡਾ ਸ਼ਹਿਰ ਹੈ,
ਅਤੇ ਜਿੱਥੇ ਬਹੁ ਗਿਣਤੀ ਬੱਸੋਂ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੀ ਵੱਸਦੀ ਹੈ, ਤੇ ਉਹ ਅਸੀਂ ਉਹਨਾਂ ਦੇ ਜੀ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਜੋ ਕਮੇਟੀ ਹੈ, ਜੋ ਇਹਨਾਂ ਮੇਲਿਆਂ ਨੂੰ ਆਰਗੇਨਾਈਜ਼ ਕਰਦੀ ਹੈ, ਨਗਰ ਕੀਰਤਨ ਨੂੰ ਆਰਗੇਨਾਈਜ਼ ਕਰਦੀ ਹੈ, ਉਹ ਤੁਹਾਡੇ ਚਰਨਾਂ ਦੀ ਧੂੜ ਹੈ। ਤੁਹਾਡੇ ਵੱਲੋਂ ਦਿੱਤੇ ਹਰ ਸਹਿਯੋਗ ਨੂੰ ਉਹ ਹਰ ਸਮੇਂ ਖਿੜੇ ਮੱਥੇ ਪ੍ਰਵਾਨ ਕਰਦੇ ਨੇ। ਸੋ ਉਹਨਾਂ ਵੱਲੋਂ, ਉਹਨਾਂ ਸਾਰਿਆਂ ਪ੍ਰਬੰਧਕਾਂ ਵੱਲੋਂ ਬੇਨਤੀ ਹੈ, ਗੁਰਦੁਆਰੇ ਸਾਹਿਬਾਨਾਂ ਦੇ ਪ੍ਰਧਾਨ ਸਾਹਿਬਾਨਾਂ ਵੱਲੋਂ ਵੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਬਹੁਤ ਵੱਡੀ ਸਮੂਲੀਅਤ ਵਿੱਚ ਉੱਥੇ ਪੁੱਜਣ ਦੀ ਕਿਰਪਾਲਤਾ ਕਰੋ ਅਤੇ ਧੰਨਵਾਦੀ ਬਣਾਓ ਤੇ ਗੁਰੂ ਘਰਾਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਭੁੱਗਲ ਸਾਹਿਬ, ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਇੱਕ ਬੇਨਤੀ ਇਹ ਕਰਨੀ ਹੈ ਕਿ ਜਿਹਨਾਂ ਨੇ ਕੋਈ ਸਟਾਲ ਲਾਉਣਾ ਹੈਗਾ, ਉਹ ਪੇਮੈਂਟ ਤੇ ਉੱਥੇ ਗੈਸ ਵਗੈਰਾ ਨਹੀਂ ਯੂਜ਼ ਕਰਨੇ ਉਹਨਾਂ ਨੇ, ਜਿੱਦਾਂ ਬਿਲਕੁਲ। ਟੈਂਕੀਆਂ ਵਗੈਰਾ, ਤਾਂ ਕਿ ਅਨਸੇਫ ਨਾ ਹੋਵੇ, ਕਿਉਂਕਿ ਅਸੀਂ ਆਪਣਾ ਜੋ ਸੇਫਟੀ ਦਾ ਉਹਦਾ ਬਹੁਤ ਬਹੁਤ ਖਿਆਲ ਰੱਖਣਾ ਹੈਗਾ, ਹੈ ਨਾ ਜੀ। ਅਤੇ ਵੈਸੇ ਇੱਦਾਂ ਹੈ ਕਿ ਹੋਰ ਬੇਨਤੀ ਇਹ ਹੈ ਕਿ ਸੰਗਤਾਂ ਪਾਸ ਜਿਹੜੇ ਕੇਸਰੀ ਦਸਤਾਰਾਂ, ਕੇਸਰੀ ਦੁਪੱਟੇ, ਤਾਂ ਕਿ ਲਾ ਕੇ ਆਪਾਂ ਨੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਹਨ। ਲੇਕਿਨ ਆਪਾਂ ਨੇ ਇਹ ਗੱਲ ਹੈ ਕਿ ਜਿੰਨੇ ਵੀ ਸਾਡੇ ਸਿੱਖ ਪਰਿਵਾਰ ਜਿਨ੍ਹਾਂ ਨੂੰ ਜੋਸ਼ ਹੈ ਜਾਂ ਵਿਸਾਖੀ ਦੀਆਂ ਖੁਸ਼ੀਆਂ ਨੇ, ਉਹਨਾਂ ਪਾਸ ਬੇਨਤੀ ਹੈ ਕਿ ਆ ਕੇ ਆਪਣੇ ਜਨਮ ਸਫਲੇ ਕਰੋ। ਔਰ ਵਿਸਾਖੀ ਦੀ ਜੋ ਸੈਲੀਬ੍ਰੇਸ਼ਨ ਹੈ, ਦ ਕ੍ਰੀਏਸ਼ਨ ਆਫ ਦ ਖਾਲਸਾ, ਬਿਕੋਜ਼ 1699 ਵਿੱਚ ਗੁਰੂ ਗੋਬਿੰਦ ਸਿੰਘ ਨੇ ਸਾਡੇ ਤੇ ਬਖਸ਼ਿਸ਼ ਕੀਤੀ। ਦ ਖਾਲਸਾ ਵਾਜ਼ ਕ੍ਰੀਏਟਡ ਟੂ ਸਟੈਂਡ ਆਊਟ ਆਫ ਦ ਕਰਾਊਡ, ਨਾਟ ਟੂ ਫਿਟ ਇਨ, ਤਾਂ ਕਿ ਬੰਦਾ ਦੂਰੋਂ ਪਤਾ ਲੱਗੇ ਪਿਆ ਉੱਥੇ ਖੜਾ ਖਾਲਸਾ। ਸੋ ਇਹ ਗੁਰੂ ਸਾਹਿਬ ਨੇ ਸਾਡੇ ਤੇ ਬਖਸ਼ਿਆ ਕੀਤੀਆਂ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਕਰੂ ਨਿਵਾਸ। ਉਹ ਗੁਰੂ ਸਾਹਿਬ ਨੇ ਸਾਡੇ ਤੇ ਬਖਸ਼ਿਆ ਕੀਤੀਆਂ। ਅਸੀਂ ਫਖਰ ਨਾਲ ਕਹਿਣਾ ਕਿ ਅਸੀਂ ਸਿੱਖ ਹਾਂ, ਔਰ ਸਿੱਖਾਂ ਦਾ ਜੋ ਯੂਨੀਵਰਸਲ ਪਿਆਰ ਆ ਉਹ ਬਣਿਆ ਰਹੇ। ਪ੍ਰਮਾਤਮਾ ਆਪ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਔਰ ਆਪ ਬੇਨਤੀ ਹੈ ਕਿ ਆਪ ਹੁਮ ਹੁਮਾ ਕੇ ਬੱਚਿਆਂ ਨੂੰ ਨਾਲ ਲੈ ਕੇ ਇਸ ਸਮਾਗਮ ਵਿੱਚ ਆਪ ਜੀ ਨੇ ਹਿੱਸਾ ਲੈਣਾ ਹੈ ਜੀ। ਇੱਥੇ ਇੱਕ ਮੈਂ ਗੱਲ ਜ਼ਰੂਰ ਕਰਦਾ ਜਾਵਾਂ, ਕਿਉਂਕਿ ਜਦੋਂ ਵਿਸਾਖੀ ਦਾ ਇਹ ਮੇਲਾ ਜਦੋਂ ਹੈਂਡਸੌਤ ਪਾਰਕ ਵਿੱਚ ਲੱਗਦਾ ਹੁੰਦਾ ਸੀ, ਉੱਥੇ ਵੱਖ-ਵੱਖ ਕਮਿਊਨਿਟੀਆਂ ਦੇ ਲੋਕ ਆਣ ਕੇ ਦੇਖਦੇ ਸਨ ਕਿ ਸਿੱਖ ਕਿਸ ਤਰ੍ਹਾਂ ਆਪਣੇ ਜਨਮ ਦਿਹਾੜੇ ਨੂੰ ਸੈਲੀਬ੍ਰੇਸ਼ਨ ਕਰਦੇ ਨੇ, ਕਿਸ ਤਰ੍ਹਾਂ ਖੁਸ਼ੀ ਦਾ ਇਜ਼ਹਾਰ ਕਰਦੇ ਨੇ। ਲੇਕਿਨ ਐਤਕੀ ਜੋ ਨਗਰ ਕੀਰਤਨ ਇਕੱਲਾ ਹੋਵੇਗਾ, ਜੋ ਬਾਬੇ ਕੇ ਗੁਰਦੁਆਰਾ ਸਾਹਿਬ ਤੋਂ ਹੁੰਦਾ ਹੈ, ਸੋਹਰ ਰੋਡ ਥਾਣੀ ਹੁੰਦਾ ਹੈ, ਬੂਥ ਸਟਰੀਟ ਥਾਣੀ ਹੁੰਦਾ, ਰੋਲਪ ਸਟਰੀਟ ਥਾਣੀ ਹੁੰਦਾ ਹੋਇਆ ਸਮੇਦਕ ਹਾਈ ਸਟਰੀਟ ਤੇ ਉਸ ਤੋਂ ਪਿੱਛੋਂ ਸਿੱਧਾ ਗੁਰਦੁਆਰਾ ਗੁਰੂ ਹਰ ਰਾਏ ਵੈਸਪਰਮ ਚ ਵਿਖੇ ਸਮਾਪਤੀ ਹੋਵੇਗੀ। ਲੇਕਿਨ ਉਹਦੇ ਵਿੱਚ ਵੀ ਜ਼ਰੂਰੀ ਨਹੀਂ ਕਿ ਆਪਾਂ ਕਹੀਏ ਵੀ ਬਾਕੀ ਦੇ ਜੋ ਧਰਮਾਂ ਦੇ ਲੋਕ ਨੇ ਉਹਨਾਂ ਨੇ ਸਮੂਲੀਅਤ ਨਹੀਂ ਕਰ ਸਕਦੇ, ਜਾਂ ਉਹ ਆਪਣੇ ਕਿਸੇ ਘਰਾਂ ਤੋਂ ਜਾਂ ਆਪਣੇ ਕਿਸੇ ਰੋਡਾਂ ਤੇ ਖੜ ਕੇ ਨਹੀਂ ਵੇਖ ਸਕਦੇ। ਜਿਸ ਤਰ੍ਹਾਂ ਭੋਗਲ ਸਾਹਿਬ ਤੁਸੀਂ ਬੇਨਤੀ ਕੀਤੀ ਆ, ਜਿਨ੍ਹਾਂ ਨੇ ਸਟੋਲ ਲਾਉਣੇ ਨੇ ਉਹ ਗੈਸ ਨਹੀਂ ਯੂਜ਼ ਕਰ ਸਕਦੇ, ਨਹੀਂ ਇਸਤੇਮਾਲ ਕਰ ਸਕਦੇ, ਉੱਥੇ ਮੈਂ ਨਾਲ ਦੀ ਨਾਲ ਉਹਨਾਂ ਵੀਰਾਂ ਨੂੰ, ਉਹਨਾਂ ਭਰਾਵਾਂ ਨੂੰ, ਉਹਨਾਂ ਸੇਵਾਦਾਰਾਂ ਨੂੰ ਬੇਨਤੀ ਕਰਦਾ ਜਾਵਾਂਗਾ ਕਿ ਜੋ ਉਹ ਵਰਤਾਉਂਦੇ ਹੁੰਦੇ ਨੇ, ਜਿਸ ਤਰ੍ਹਾਂ ਚਾਹੇ ਕੁਛ ਵੀ ਵਰਤਾਉਂਦੇ ਨੇ, ਡਰਿੰਕ ਵਰਤਾਉਂਦੇ ਨੇ, ਖਾਣਾ ਵਰਤਾਉਂਦੇ ਨੇ, ਲੇਕਿਨ ਜਦੋਂ ਕੋਈ ਵੀ ਉਹਨਾਂ ਦੇ ਚਾਹੇ ਉਹ ਸਟੋਲਾਂ ਦੇ ਲਾਗੇ, ਚਾਹੇ ਸੰਗਤਾਂ ਜਿਸ ਤਰ੍ਹਾਂ ਤੁਰੀਆਂ ਜਾਂਦੀਆਂ ਨੇ, ਕਈ ਲੋਕ ਮੇਰੇ ਵਰਗੇ ਭੋਲੇ ਉਹ ਉਸੇ ਤਰ੍ਹਾਂ ਖਾ ਕੇ ਪਰੇ ਸੱਟ ਦਿੰਦੇ ਨੇ। ਲੇਕਿਨ ਉਹ ਕਿਰਪਾਲਤਾ ਕਰਿਓ ਕਿ ਇਸ ਤਰ੍ਹਾਂ ਆਪਾਂ ਖਲਾਰਾ ਨਾ ਹੀ ਪਾਉਣਾ। ਵੈਸੇ ਤੇ ਤੁਸੀਂ ਸਾਡੇ ਨਾਲ ਸੂਝਵਾਨ ਹੋ, ਹਮੇਸ਼ਾ ਹੀ ਖਲਾਰਾ ਨਹੀਂ ਪਾਉਂਦੇ, ਲੇਕਿਨ ਐਤਕੀ ਵੀ ਖਾਸ ਖਿਆਲ ਰੱਖਣਾ ਤਾਂ ਕਿ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਇਸ ਤਰ੍ਹਾਂ ਨਗਰ ਕੀਰਤਨ ਦੀ ਪਰਮਿਸ਼ਨ ਲੈਣ ਲਈ ਕੋਈ ਦਿੱਕਤਾਂ ਨਾ ਆਉਣ। ਬਾੜਾ ਸਾਹਿਬ, ਤੁਸੀਂ ਹੋਰ ਕੀ ਕਹਿਣਾ ਚਾਹੁੰਦੇ? ਮੈਂ ਆਪਣੇ ਬਲਿਆਰ ਜੀ ਇਹ ਕਹਿਣਾ ਚਾਹਣਾ, ਭੁਗਲੂ ਨੇ ਵੀ ਦੱਸਤਾ ਕਿ ਜਿਹੜੇ ਆਪਣੇ ਗੈਸ ਸਿਲੰਡਰ ਨੇ ਜਾਂ ਕਿਸੇ ਨੇ ਚਾਹ ਬਣਾਉਣੀ ਨੇ, ਜਾਂ ਤਾਂ ਉਹ ਆਪਣੇ ਕਿਤੇ ਗਾਰਡਨ ਸਾਈਡ ਤੇ ਪਿੱਛੇ ਜਿਹੜੇ ਸ਼ਾਪ ਦੇ ਇਨਸਾਈਡ ਉਹਨੂੰ ਰੈਡੀ ਕਰਕੇ ਬਾਹਰ ਜਿਹੜੇ ਉਹ ਹੌਟ ਡਰਮ ਹੁੰਦੇ ਨੇ ਉਹਨਾਂ ਦੇ ਵਿੱਚ ਪਾ ਕੇ ਰੱਖ ਲੈਣ। ਤੇ ਜੇ ਕਿਸੇ ਨੇ ਤਾਂ ਪਕੌੜੇ ਵਗੈਰਾ ਵੀ ਜਾਂ ਕਿਸੇ ਨੇ ਤਲਨੇ ਤੇ ਉਹ ਵੀ ਰੈਡੀ ਕਰਕੇ ਲਿਆ ਕੇ ਗੁਰਦੁਆਰਾ ਸਾਹਿਬ ਤੋਂ ਇੱਥੇ ਮਤਲਬ ਬਾਕਸ ਦੇ ਵਿੱਚ ਪਾ ਕੇ ਤੇ ਰੈਡੀ ਕਰ ਸਕਦੇ ਨੇ। ਪਰ ਲੇਕਿਨ ਸੇਫਟੀ ਪਰਪਸ ਇਹ ਹੈ, ਜ਼ਰੂਰੀ ਹੈ ਕਿ ਆਪਾਂ ਜਿਹੜੇ ਰੋਡ ਦੇ ਉੱਪਰ ਆ ਉਹਨਾਂ ਨੂੰ ਸਿਲੰਡਰ ਆਪਾਂ ਨਹੀਂ ਰੱਖਣੇ। ਤੇ ਦੂਸਰੀ ਗੱਲ ਇਹ ਆ ਕਿ ਆਪਾਂ ਫਲੋਟ ਦੇ ਨਾਲ ਜਿਹੜੇ ਜਿਨ੍ਹਾਂ ਸੇਵਾਦਾਰਾਂ ਦੀ ਡਿਊਟੀ ਲੱਗੀ ਹੋਵੇਗੀ ਉਹ ਇਸ ਆਪਣੇ ਜਿੰਨੇ ਵੀ ਆਪਣੇ ਫਲੋਟ ਦੇ ਨਾਲ ਨੇ, ਗੁਰੂ ਮਹਾਰਾਜ ਦੀ ਸਵਾਰੀ ਦੇ ਨਾਲ ਨੇ, ਉਹ ਉਹੀ ਜਾਣਗੇ, ਕਿਉਂਕਿ ਉਹਨਾਂ ਨੂੰ ਚਲੋ ਕਿਸੇ ਨੇ ਅੱਗੇ ਪਿੱਛੇ ਜਾਣਾ ਹੋਵੇ ਤਾਂ ਉਹਦੇ ਥਾਂ ਤੇ ਰਿਪਲੇਸਮੈਂਟ ਵੀ ਨਾਲ ਹੀ ਹੋਏਗੀ। ਬਾਕੀ ਇਹ ਕਿ ਜਿੰਨੇ ਵੀ ਸੇਵਾਦਾਰ ਆ ਉਹਨਾਂ ਦੇ ਆਪਾਂ ਮਤਲਬ ਹੋ ਸਕਦਾ ਕਿ ਆਪਾਂ ਉਹਨਾਂ ਦੀ ਜੈਕਟਾਂ ਪਾਈਆਂ ਹੋਣ, ਸੇਵਾਦਾਰ ਦਾ ਜਦੋਂ ਉਹਦਾ ਪਤਾ ਲੱਗੇਗਾ। ਤੇ ਜਾਣੀ ਆਪ ਸੰਗਤਾਂ ਅੱਗੇ ਵੀ ਅਪੀਲ ਆ ਕਿ ਸੰਗਤਾਂ ਨੇ ਚਾਰ ਲਾਈਨਾਂ ਦੇ ਵਿੱਚ ਜਿਸ ਤਰ੍ਹਾਂ ਤੁਰਨਾ, ਏਦਾਂ ਨਹੀਂ ਕਿ ਆਪਾਂ ਸਾਰੀ ਰੋਡ ਨੂੰ ਫੁੱਟਪਾਥ ਦੇ ਉੱਪਰ ਇਕੱਠੇ ਹੋ ਤੁਰੇ ਜਾਈਏ, ਨਹੀਂ, ਆਪਾਂ ਲਾਈਨਾਂ ਦੇ ਵਿੱਚ, ਕਿਉਂਕਿ ਆਪਾਂ ਸਾਰੀਆਂ ਕਮਿਊਨਿਟੀਆਂ ਨੂੰ ਇਹ ਦੱਸਣਾ ਕਿ ਸਾਡਾ ਇਕੱਠ ਅਤੇ ਨਾਲ ਨਾਲ ਸਾਡਾ ਡਿਸਪਲਿਨ
ਕਿੰਨਾ ਕੁ ਹੈ। ਅਸੀਂ ਸਾਰਿਆਂ ਨੇ ਆਪਣੇ ਜਿੰਨੇ ਵੀ ਸੇਵਾਦਾਰ ਯੰਗਸਟਰ ਹੋਣਗੇ, ਇਹ ਸਾਡੀਆਂ ਬੱਚੀਆਂ ਹੋਣਗੀਆਂ, ਭੈਣਾਂ ਹੋਣਗੀਆਂ, ਉਹਨਾਂ ਸਾਰਿਆਂ ਨੂੰ ਆਪਾਂ ਨਾਲ ਨਾਲ ਤੋਰ ਕੇ ਉਹਨਾਂ ਦੀ ਡਿਊਟੀ ਲਾਣੀ ਕਿ ਆਪਾਂ ਸਾਰਿਆਂ ਨੂੰ ਵਿੱਚ ਰੱਖਣਾ ਤੇ ਪੁਸ਼ ਜਿਹੜੇ ਵਾਲੇ ਨੇ ਉਹ ਆਪਾਂ ਇਹ ਵੀ ਦੇਖਣਾ ਕਿ ਉਹ ਕਿਸੇ ਦੇ ਵਿੱਚ ਵੱਜਦੇ ਨਾ ਰਹਿਣ। ਹੋ ਸਕੇ ਉਹ ਬਿਲਕੁਲ ਬਾਹਰਲੀ ਲਾਈਨ ਤੇ ਸਾਈਡ ਦੀ ਲਾਈਨ ਤੇ ਹੋਣ ਤੇ ਉਹਨਾਂ ਨੂੰ ਤੋਰਨ 'ਚ ਦਿੱਕਤ ਨਾ ਆਵੇ। ਹਾਂਜੀ, ਬਾਕੀ ਦੂਸਰੀ ਚੀਜ਼ ਹੈ ਕਿ ਜਿਨ੍ਹਾਂ ਨੇ ਨਾਲ ਚੱਲ ਕੇ ਪਾਣੀ ਵਰਤਾਉਣਾ ਜਾਂ ਹੋਰ ਸੇਵਾਵਾਂ ਕਰਨੀਆਂ ਨੇ, ਉਹਨਾਂ ਅੱਗੇ ਵੀ ਇਹੀ ਆ ਕਿ ਉਹਨਾਂ ਦੇ ਵਿੱਚ ਵੀ ਸੇਵਾਦਾਰ ਤੁਰੇ ਹੋਣਗੇ ਜਿਹੜੇ ਕਿ ਬਲੈਕ ਬੈਗ ਲੈ ਕੇ ਨਾਲ ਤੁਰਦੇ ਹੁੰਦੇ ਨੇ। ਉਹ ਨਾਲ ਨਾਲ ਇਹ ਜਿਹੜਾ ਵੀ ਕੋਈ ਰਵਿਸ਼ ਹੁੰਦਾ ਹੈ ਜਾਂ ਕੋਈ ਡੱਬਾ ਜੂਠ ਜਾਂ ਹੁੰਦੀ ਆ, ਉਹ ਉਸ ਦੇ ਵਿੱਚ ਪਾ ਪਾ ਕੇ ਫਿਰ ਅੱਗੇ ਕਿਤੇ ਨਾ ਕਿਤੇ ਇੱਕ ਥਾਂ ਡਿਸਪੋਜ਼ ਕਰਦੇ ਰਹਿੰਦੇ ਨੇ। ਸੋ ਮਤਲਬ ਸੰਗਤਾਂ ਨੂੰ ਇਸ ਚੀਜ਼ ਦਾ ਤਾਂ ਵੈਸੇ ਬਹੁਤ ਪਤਾ ਆ, ਪਰ ਲੇਕਿਨ ਜੇ ਕੋਈ ਓਪਰਾ ਵੀ ਆ ਕੇ ਵਿੱਚ ਕੋਈ ਗਲਤੀ ਕਰਦਾ ਆ, ਉਸ ਨੂੰ ਆਪਾਂ ਬਹੁਤ ਪਿਆਰ ਸੰਜਮ ਦੇ ਨਾਲ ਦੱਸਣਾ ਕਿ ਵੀ ਕੀ ਡਿਸਪਲਿਨ ਆ, ਕੀ ਆਪਾਂ ਕਰ ਸਕਦੇ ਆ। ਬਸ ਕੋਸ਼ਿਸ਼ ਇਹੀ ਰੱਖਣੀ ਆ ਕਿ ਆਪਾਂ ਲਾਈਨਾਂ ਦੇ ਵਿੱਚ ਚੱਲੀਏ, ਬਾਕੀਆਂ ਨੂੰ ਕਿਸੇ ਹੋਰ ਨੂੰ ਆ ਕੇ ਦਿੱਕਤ ਨਾ ਆਵੇ ਵਿੱਚ ਉਹਦੇ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਇੱਕ ਚੀਜ਼ ਮੈਂ ਤੁਹਾਡੇ ਕੋਲੋਂ ਪੁੱਛਣੀ ਜਾਣਨੀ ਚਾਹੁੰਦਾ ਕਿ ਆਪਾਂ ਹਾਂਜੀ ਅਨੇਕਾਂ ਫੰਕਸ਼ਨ ਇਕੱਠਿਆਂ ਨੇ ਵੀ ਕੀਤੇ, ਆਰਗੇਨਾਈਜ਼ ਵੀ ਇਕੱਠਿਆਂ ਨੇ ਕੀਤੇ, ਹਾਂਜੀ ਆਉਣ ਵਾਲੇ ਸਮੇਂ ਨੂੰ ਬਾਬਾ ਕੀਤੇ ਕਿਰਪਾ ਕਰੇ, ਵਾਹਿਗੁਰੂ ਇਸੇ ਤਰ੍ਹਾਂ ਇਕੱਠੇ ਹੋ ਹਾਂਜੀ ਕੇ ਚੱਲਦੇ ਰਹੀਏ। ਲੇਕਿਨ ਕਈ ਵਾਰੀ ਨੌਜਵਾਨ ਜੋ ਗੱਡੀਆਂ ਵਿੱਚ ਬੜੇ ਹੌਰਨ ਮਾਰਦੇ ਨੇ, ਗੱਡੀਆਂ ਇੱਧਰ ਉੱਧਰ ਨਠਾਉਂਦੇ ਨੇ, ਚਾਹੇ ਨਗਰ ਕੀਰਤਨ ਮੋਹਰੇ ਹੋਣ ਚਾਹੇ ਨਗਰ ਕੀਰਤਨ ਤੋਂ ਪਿੱਛੇ ਹੋਣ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਤਾਂ ਕਿ ਉਹ ਵੀ ਬਹੁਤ ਜ਼ਰੂਰੀ ਗੱਲ। ਉਹ ਆਪਣੇ ਬਲਹਾਰ ਜੀ ਬਹੁਤ ਹੀ ਵੱਡਾ ਔਰ ਬਹੁਤ ਇੰਪੋਰਟੈਂਟ ਕੁਐਸਚਨ ਜਿਹੜਾ ਤੁਸੀਂ ਹੁਣੇ ਕੀਤਾ ਹੈ। ਇਹ ਬੇਨਤੀ ਆ ਕਿ ਕੋਈ ਵੀ ਗੱਡੀ ਜਿਹੜੀ ਰਜਿਸਟਰਡ ਨਹੀਂ ਹੈਗੀ, ਜਿਹੜੀਆਂ ਗੱਡੀਆਂ ਨੇ ਉਹ ਆਲਰੇਡੀ ਉਹਨਾਂ ਦੇ ਨਾਂ ਲਿਖੇ ਹੋਣੇ, ਨੰਬਰ ਲਿਖੇ ਹੋਏ ਹੋਣੇ ਆ, ਨਾ ਕੋਈ ਆਪਣੀ ਜੀਪ ਲਿਆਉਣ ਦੀ ਕੋਸ਼ਿਸ਼ ਕਰੇ, ਨਾ ਹੀ ਕੋਈ ਆਪਣੀ ਹੋਰ ਕਾਰ ਲਿਆਉਣ ਦੀ ਕੋਸ਼ਿਸ਼ ਕਰੇ, ਕਿਉਂਕਿ ਉਹਦੇ ਨਾਲ ਫਿਰ ਬੰਦੇ ਇੱਕ ਦੂਜੇ ਦੇ ਨਾਲ ਜਿਹੜਾ ਪਿਆਰ ਅਸੀਂ ਬਣਾਉਣਾ ਨਾ, ਆਪਸੀ ਪਿਆਰ, ਉਹ ਹਾਂਜੀ ਸਾਡੇ ਲਈ ਜ਼ਰੂਰੀ ਆ। ਕਿ ਉਹ ਆਮ ਨਹੀਂ ਪਏ ਆਮ ਲਿਆ ਕੇ ਮੈਂ ਗੱਡੀ ਲਿਆ ਕੇ ਆਪਣੇ ਮੇਰੇ ਕੋਈ ਨਵੀਂ ਕਾਰ ਆ ਮੈਂ ਲਿਆ ਕੇ ਸ਼ੌਕ ਵਿੱਚ ਕਰਨੀ, ਇਦਾਂ ਨਹੀਂ ਹੈ। ਬਾਕੀ ਜਿਸ ਤਰ੍ਹਾਂ ਤੁਸੀਂ ਹੁਣ ਗੱਲ ਕੀਤੀ ਆ, ਬੜਾ ਸਾਹਿਬ ਨੇ ਕਿਹਾ ਹੈ, ਜਿੱਥੇ ਸਫਾਈ ਉੱਥੇ ਖੁਦਾਈ, ਜਿੱਥੇ ਪ੍ਰਮਾਤਮਾ ਅਸੀਂ ਜਿਹੜੇ ਵੀ ਪ੍ਰੋਗਰਾਮ ਕਰਨੇ ਨੇ ਅੱਜ ਤਾਈਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਪਿਆ, ਲੇਕਿਨ ਅਸੀਂ ਪੈਣ ਵੀ ਨਹੀਂ ਦੇਣਾ ਕਿਤੇ ਇਹ ਨਾ ਹੋਵੇ ਕਿ ਅਸੀਂ ਰਬਿਸ਼ ਇਕੱਠੇ ਕਰਕੇ ਛੱਡੀ ਜਾਂ ਨਹੀਂ। ਉਹਦੇ ਵਿੱਚ ਕੀ ਆ, ਤੁਸੀਂ ਬਿਲਕੁਲ ਗੱਲ ਸਹੀ ਕਹੀ ਆ, ਆਉਣ ਵਾਲੇ ਸਮੇਂ ਵਿੱਚ ਵੀ ਸਿਟੀ ਕੌਂਸਲ ਦੇ ਵੱਲੋਂ ਪ੍ਰੋਬਲਮ ਹੋ ਜਾਂਦੀਆਂ ਨੇ। ਪਰ ਗੱਡੀਆਂ ਦਾ ਇੱਦਾਂ ਹੈ ਕਿ ਗੱਡੀਆਂ ਜਿਹੜੀਆਂ ਉਹੀ ਹੋਣੀਆਂ ਜਿਹੜੇ ਨਾ ਆਏ ਹੋਏ ਨੇ। ਮੇਰਾ ਖਿਆਲ ਜਿਹੜੇ ਮੋਟਰਸਾਈਕਲ ਵਾਲੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਲੈ ਕੇ ਨਹੀਂ ਆਉਣਾ, ਬਿਕੋਜ਼ ਜਿਲੇ ਪਾਰਕ 'ਚ ਹੁੰਦਾ ਤਾਂ ਡਿਫਰੈਂਟ ਗੱਲ ਹੋ ਜਾਂਦੀ ਹੈ, ਜਿਸਲੇ ਤੁਸੀਂ ਸੜਕ ਤੇ ਜਾਂਦੇ ਆ ਉੱਥੇ ਆਪਣੀ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ। ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹਿਣੀ, ਸੈਂਡੋਲ ਸਿੱਖ ਕੌਂਸਲ ਤੇ ਕੌਂਸਲ ਗੁਰਦੁਆਰਾ ਬਰਮਿੰਘਮ ਇਕੱਠਿਆਂ ਨੇ ਹੋ ਕੇ ਇਹ ਇੱਕ ਹਮਲਾ ਗੁਰੂ ਸਾਹਿਬ ਨੇ, ਕਿਉਂਕਿ ਸਿੱਖਾਂ ਦੇ ਵਿੱਚ ਇਸ ਵੇਲੇ ਸਾਨੂੰ ਯੂਨਿਟੀ ਦੀ ਬਹੁਤ ਲੋੜ ਆ। ਵੀ ਨੀਡ ਟੂ ਬਿਲਕੁਲ ਗੈਟ ਟੂਗੇਦਰ ਵਿਦ ਐਵਰੀਥਿੰਗ ਤਾਂ ਕਿ ਅਸੀਂ ਕਿਸੇ ਵੱਲ ਉਂਗਲ ਨਾ ਕਰੀਏ। ਜੇ ਮੈਂ ਤੁਹਾਡੇ ਨਾਲ ਇੱਕ ਉਂਗਲ ਕਰਦਾ, 3 ਉਂਗਲਾਂ ਮੈਨੂੰ ਦੱਸ ਰਹੀਆਂ ਕਿ ਪਲੀਜ਼ ਸਟਾਪ, ਇਵੈਲੂਏਟ ਯੋਰਸੈਲਫ, ਆਪਣੇ ਆਪ ਨੂੰ ਦੇਖੋ ਕਿ ਅਸੀਂ ਕਿੱਥੋਂ ਬੋਲਦੇ ਨੇ, ਕਿ ਸਤਿਕਾਰ ਕਰੋ, ਸਤਿਕਾਰ ਕਰਾਓ ਔਰ ਉਸ ਮਾਲਕ ਦਾ ਸ਼ੁਕਰਾਨਾ ਕਰੋ ਹਰ ਵੇਲੇ। ਬਿਲਕੁਲ ਡਾਕਟਰ ਸਾਹਿਬ, ਇਹ ਪਹਿਲੀ ਵਾਰੀ ਹੋਇਆ ਮੇਰੇ ਹਿਸਾਬ ਨਾਲ ਕਿ ਸੈਂਡਬਲ ਗੁਰਦੁਆਰਾ ਹਾਂਜੀ ਕੌਂਸਲ ਤੇ ਬਰਮਿੰਘਮ ਗੁਰਦੁਆਰਾ ਕੌਂਸਲ ਵੱਲੋਂ ਇਹ ਰਲ ਕੇ ਉਪਰਾਲਾ ਜੋ ਗੁਰੂ ਇਕੱਠੇ ਮਹਾਰਾਜ ਦੀ ਬਖਸ਼ਿਸ਼ ਹੋਈ। ਬਖਸ਼ਿਸ਼ ਸਾਡੇ ਬਹੁਤ ਬਖਸ਼ਿਸ਼ ਆ। ਅਸੀਂ ਸੋਚਦੇ ਹਾਂਜੀ ਨਹੀਂ ਕਿ ਸਾਡੇ ਦਾ ਕੀ ਸਤਿਗੁਰੂ ਸਿੱਖੋ ਨਾਮ ਧਨ ਦੇ, ਇਹਦੀ ਅਰਦਾਸ ਕਰਨ ਦੀ ਸਾਨੂੰ ਲੋੜ ਆ। ਹੁਣ ਅਸੀਂ ਨਾਮ ਨਾਲ ਜੁੜੀਏ ਔਰ ਫਿਰ ਇਹ ਸਾਡਾ ਜਿਹੜੇ ਵਕਤ ਹੋਣੇ ਉਹ ਚੰਗੇ ਪਾਸ ਹੋਣਗੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਡਾਕਟਰ ਸਾਹਿਬ, ਇੱਕ ਵਾਰ ਦੁਬਾਰੇ ਫਿਰ ਤੁਸੀਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ, ਗੁਰਦੁਆਰੇ ਦੀਆਂ ਸੰਗਤਾਂ ਨੂੰ, ਸਾਰਿਆਂ ਨੂੰ ਇੱਕ ਵਾਰੀ ਫਿਰ ਬੇਨਤੀ ਹਾਂਜੀ ਕਰ ਦਿਓ, ਨਾਲ ਟਾਈਮ ਦੱਸ ਦੇ ਜਾਓ, ਤਾਂ ਕਿ ਕਈ ਵਾਰੀ ਬੰਦਾ ਦੇਖਣ ਥੋੜਾ ਲੇਟ ਲੱਗਦਾ ਪ੍ਰੋਗਰਾਮ ਤੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ। ਇਹ ਦੇਖੋ ਜੀ, ਜਿਹੜੀ ਸ਼ੁਰੂਆਤ ਹੈ ਉਹ 28 ਮਈ ਸਵੇਰੇ 9 ਵਜੇ ਗੁਰਦੁਆਰਾ ਬਾਬੇ ਕੇ। ਉਸ ਤੋਂ ਫਿਰ ਅਸੀਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਉਸ ਤੋਂ ਉਪਰੰਤ ਅਸੀਂ ਸ਼੍ਰੀ ਗੁਰੂ ਰਵਿਦਾਸ ਭਵਨ ਗਰੋਵਲਿਨ ਤੇ ਜਿਹੜੀਆਂ ਸੰਗਤਾਂ ਨੇ ਆਉਣਾ ਹੈ ਉਹ ਸਿੰਘ ਸਭਾ ਤੇ ਅਕਾਲ ਦਰਬਾਰ ਦੀਆਂ ਸੰਗਤਾਂ, ਬਾਕੀ ਰਾਮਗੜੀਆਂ ਦੀਆਂ ਜਿਹੜੀ ਸੰਗਤਾਂ ਨੇ ਆਉਣਾ ਤੇ ਉੱਥੇ ਬਾਬੇ ਕੇ ਪਹੁੰਚ ਜਾਣਾ ਹੈਗਾ, ਤੇ ਸ਼੍ਰੀ ਦਸ਼ਮੇਸ਼ ਟੈਂਪਲ ਦੀਆਂ ਵੀ ਇਸੇ ਤਰ੍ਹਾਂ। ਮੇਰਾ ਖਿਆਲ ਹੈ ਕਿ ਜਿਹੜੇ ਆਪਣੇ ਬੇਬੇ ਨਾਨਕੀ ਜੀ ਔਰ ਸਿੰਘ ਸਭਾ, ਸ਼ਾਇਦ ਅਗਰ ਉਹ ਜੇ ਗਰੋਵਲਿਨ ਤੇ ਨਾ ਆਏ ਤਾਂ ਉਹ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਪਹੁੰਚਣਗੇ। ਉਸ ਤੋਂ ਉਪਰੰਤ ਆਪਾਂ ਜੀ ਨੇ ਫਿਰ ਗੁਰੂ ਨਾਨਕ ਗੁਰਦੁਆਰਾ ਹਾਈ ਸਟਰੀਟ ਸਮੈਥਿਕ, ਜਿਹਨੂੰ ਅਸੀਂ GNG ਬੜਾ ਗੁਰਦੁਆਰਾ ਸਾਹਿਬ ਕਹਿੰਦੇ ਨੇ, ਉਸ ਤੋਂ ਉਪਰੰਤ ਆਪਾਂ ਨੇ ਬਾਬਾ ਸੰਗ ਗੁਰਦੁਆਰਾ ਸਾਹਿਬ ਜੀ, ਤੇ ਫਿਰ ਅਸੀਂ ਸਪੌਨਲੇਨ ਤੋਂ ਹੁੰਦਿਆਂ ਹੋਇਆਂ ਆਪਾਂ ਨੇ ਗੁਰੂ ਹਰਾਏ ਗੁਰਦੁਆਰਾ ਜਿਹੜਾ ਦੀ ਨਵੀਂ ਯੂਨਿਟ ਹੈ ਉਸ ਵਿੱਚ
ਗੁਰੂ ਸਾਹਿਬ ਦਾ ਪ੍ਰਕਾਸ਼ ਹੋਏਗਾ। ਉਹ 11 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਪ੍ਰੋਗਰਾਮ ਗੁਰੂ ਦੇ ਜਸ ਗਾਏ ਜਾਣਗੇ ਇਨ ਦ ਪ੍ਰੈਜ਼ੈਂਸ ਆਫ ਗੁਰੂ ਗ੍ਰੰਥ ਸਾਹਿਬ ਜੀ ਦ ਲਿਵਿੰਗ ਗੁਰੂ। ਔਰ ਕੀਰਤਨ ਉਹਦੇ ਵਿੱਚ ਆਪਾਂ ਸਾਰਿਆਂ ਨੇ ਆਪਣੇ ਨਤਮਸਤਕ ਕਰਕੇ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਹੈ ਤੇ ਆਪਾਂ ਨੇ ਰਲ ਮਿਲ ਕੇ ਬਹੁਤ ਹੀ ਪਿਆਰ ਦੇ ਨਾਲ ਇਹ ਪ੍ਰੋਗਰਾਮ ਨਿਭਾਉਣੇ ਨੇ। ਸੰਗਤਾਂ ਦੇ ਪਿਆਰ ਦੀ ਲੋੜ ਹੈ। ਆਓ ਆਪਣਾ ਜੋ ਹੈ ਨਾ ਆਪਣਾ ਜੋ ਪਿਆਰ ਹੈ ਉਸ ਨੂੰ ਅਸੀਂ ਬਤਾਉਣਾ ਹੈ। ਜਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਜਦੋਂ ਗੁਰਦੁਆਰਾ ਬਾਬਾ ਸੰਘ ਤੋਂ ਨਗਰ ਕੀਰਤਨ ਆਰੰਭ ਹੋਣੇ ਨੇ ਵੈਸਪਰੋਂ ਜਾਣ ਨੂੰ ਗੁਰਦੁਆਰਾ ਗੁਰੂ ਹਰਰਾਏ ਸਾਹਿਬ ਤੇ, ਲੇਕਿਨ ਉਹਦੇ ਵਿੱਚ ਮੈਂ ਇੱਕ ਦੱਸਦਾ ਜਾਵਾਂ ਕਿ ਜਿਹੜੇ ਗੁਰਦੁਆਰਾ ਸਾਹਿਬ ਚਾਹੇ ਓਲਡ ਵੇ ਵਾਲੀ ਸਾਈਡ ਤੇ ਨੇ, ਅੰਮ੍ਰਿਤਸਰ ਅਤੇ ਗੁਰੂ ਮਾਨਿਓ ਗ੍ਰੰਥ ਜਾਂ TVDL ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ, ਚਾਹੇ ਜਦੋਂ ਵੈਸਪਰੋਂ ਚ ਆਉਣਾ ਉਹ ਜਿੱਥੇ ਉੱਥੇ ਐਡਵਰਡ ਸਟਰੀਟ ਵਾਲੇ ਹੋ ਗਏ, ਗੁਰੂ ਨਾਨਕ ਗੁਰਦੁਆਰਾ, ਈਸ਼ਰ ਦਰਬਾਰ ਹੋ ਗਿਆ ਜੋ ਬੇਕਰੀਜ ਰੋਡ ਤੇ ਆ, ਉਹ ਵੀ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਉਹ ਜਿੱਥੇ ਵੀ ਚਾਹਣ ਜੁਆਇਨ ਕਰ ਸਕ। ਜ਼ਰੂਰੀ ਨਹੀਂ ਅਸੀਂ ਉਹਨਾਂ ਨੂੰ ਕਹਿੰਦੇ ਕਿ ਉਹ ਗੁਰਦੁਆਰਾ ਬਾਬਾ ਸੰਘ ਤੋਂ ਹੀ ਜੁਆਇਨ ਕਰਨ ਜਾਂ ਗੁਰਦੁਆਰਾ ਗੁਰੂ ਨਾਨਕ ਸਮੈਦਿਕ ਤੋਂ ਜੁਆਇਨ ਕਰਨ, ਉਹ ਹੌਕਲੀ ਵੀ ਆਣ ਕੇ ਜੁਆਇਨ ਕਰ ਸਕਦੀ। ਇਹ ਤਾਂ ਸੰਗਤਾਂ ਦੀ ਆਪਣੀ ਖੁਸ਼ੀ ਆ, ਇਹ ਤਾਂ ਆਪਣਾ ਉਹਨਾਂ ਦਾ ਆਪਣੀ ਖੁਸ਼ੀ ਆ, ਮਨ ਦਾ, ਹਾਂਜੀ ਆਪਣਾ ਮਨ ਦਾ ਚਾਅ ਉਹਨਾਂ ਦਾ, ਜਿੱਥੇ ਉਹ ਜੁਆਇਨ ਕਰਨਾ ਚਾਹਣ ਉਹ ਜੁਆਇਨ ਕਰ ਸਕਦੇ ਆ। ਅਗਰ ਸਾਡੇ ਕੋਲੋਂ ਪ੍ਰੋਗਰਾਮ ਕਰਦਿਆਂ ਕਿਸੇ ਗੁਰਦੁਆਰਾ ਸਾਹਿਬ ਦਾ ਨਾਮ ਵਿਸਰ ਗਿਆ ਹੋਵੇ ਹਾਂਜੀ ਤੇ ਅਸੀਂ ਉਹਨਾਂ ਕੋਲੋਂ ਮਾਫੀ ਵੀ ਚਾਹੁੰਦੇ ਹਾਂ, ਲੇਕਿਨ ਇਹ ਨਾ ਸੋਚਣਾ ਕਿ ਸਾਡਾ ਨਾਂ ਨਹੀਂ ਲਿਆ ਤੇ ਸਾਡੀਆਂ ਸੰਗਤਾਂ ਤਾਂ ਸਮੂਲੀਅਤ ਨਹੀਂ ਕਰਨਗੀਆਂ। ਸੋ ਤੁਸੀਂ ਸਮਾਂ ਤੇ ਜ਼ਿਆਦਾ ਉੱਥੇ ਆਣ ਕੇ ਉਤਸ਼ਾਹ ਦਿਖਾ ਲਿਓ ਤੇ ਨਾਲੇ ਦੱਸਿਓ ਸਾਡੇ ਵਰਗਿਆਂ ਨਿਮਾਣਿਆਂ ਨੂੰ ਕਿ ਭਾਈ ਸਾਡਾ ਤੁਸੀਂ ਨਾਂ ਭੁੱਲ ਗਏ ਸੀ। ਡਾਕਟਰ ਸਾਹਿਬ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਨਹੀਂ, ਬਿਲਕੁਲ ਗੱਲ ਸਹੀ ਹੈ, ਕਿਉਂਕਿ ਵੈਸੇ ਤਾਂ ਜਿਹੜੇ ਪੋਸਟਰ ਬਣਦੇ ਸੀ ਕਿਉਂਕਿ ਹੁਣ ਟਾਈਮ ਵੀ ਥੋੜਾ ਹੈਗਾ ਤੇ ਕਈ ਮਲਟੀ ਤੁਹਾਨੂੰ ਪਤਾ ਕਿ ਅਸੀਂ ਭੁੱਲਾਂ ਕਰ ਦਿੰਦੇ ਕਿ ਨਹੀਂ ਕਹਿੰਦਾ, ਲੇਕਿਨ ਅਸੀਂ ਮੋਸਟ ਆਫ ਸਾਰਿਆਂ ਨੂੰ ਬੇਨਤੀ ਕੀਤੀ ਹੈ। ਈਵਨ ਸਮਰਸੈਟ ਜਿਹੜਾ 올ਡਿਜ ਰੋਡ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ, ਸਾਊਥ ਬਰਮਿੰਘਮ ਵਾਲੇ ਗੁਰਦੁਆਰੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀਗੀ ਕਿ ਆ ਕੇ ਤੁਸੀਂ ਜੁਆਇਨ ਕਰੋ। ਔਰ ਜਿਹੜੇ ਰਹੇ ਨੇ ਉਹਨਾਂ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਜਿੰਨਾ ਕੁ ਟਾਈਮ ਰਹਿੰਦਾ ਉਹਦੇ ਵਿੱਚ ਅਸੀਂ ਉਹਨਾਂ ਸਾਰਿਆਂ ਨੂੰ ਇਤਲਾਹ ਵੀ ਦੇਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਿਹੜੇ ਸਾਡੇ ਪੋਸਟਰ ਉਹ ਪ੍ਰਿੰਟ ਹੋ ਜਾਣੇ, ਮੇਰੇ ਕੱਲ੍ਹ ਤਾਂ ਸਵੇਰੇ ਤਾਂ ਹੋ ਜਾਣੇ, ਸ਼ਾਮ ਤੇ ਹੋ ਜਾਣਗੇ, ਉਹ ਵੀ ਗੁਰਦੁਆਰਿਆਂ ਵਿੱਚ ਆਪਾਂ ਨੇ ਡਿਲੀਵਰ ਕਰ ਦਿਆਂਗੇ ਤਾਂ ਕਿ ਆਪ ਜੀ ਨੂੰ ਸਾਰਾ ਪ੍ਰੋਗਰਾਮ ਹੈ ਉਸ ਦਾ ਟਾਈਮਿੰਗ, ਉਸ ਦਾ ਜਿੱਥੋਂ ਵਿਚਾਰ ਸਾਰਾ ਪਤਾ ਲੱਗ ਜਾਏਗਾ। ਡਾਕਟਰ ਸਾਹਿਬ ਇੱਕ ਮੈਂ ਜ਼ਰੂਰੀ ਇੱਕ ਗੱਲ ਕਹਿ ਦੇਵਾਂ, ਕਿਉਂਕਿ ਆਪਾਂ ਜਦੋਂ ਮੀਟਿੰਗ ਵਿੱਚ ਬੈਠੇ ਉੱਥੇ ਵੀ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਕਈ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਇਤਰਾਜ਼ ਕੀਤਾ ਜਾਂਦਾ ਕਿ ਸਾਡੇ ਗੁਰਦੁਆਰੇ ਦਾ, ਚਾਹੇ ਅਸੀਂ ਹੋਈਏ ਅਕਾਲ ਦਰਬਾਰ ਵਾਲੇ ਬੜਾ ਸਾਹਿਬ ਬੈਠੇ ਨੇ, ਕਿ ਸਾਡੇ ਗੁਰਦੁਆਰਾ ਸਾਹਿਬ ਦਾ ਪੂਰਾ ਨਾਂ ਨਹੀਂ ਲਿਆ ਜਾਂਦਾ। ਲੇਕਿਨ ਜਦੋਂ ਆਪਾਂ ਕਿੰਨੇ ਅਨੇਕਾਂ ਸਾਲ ਹੋ ਗਏ ਆਪਾਂ ਬਰਮਿੰਘਮ ਦੀ ਧਰਤੀ ਤੇ ਰਹਿੰਦੇ ਹਾਂ, ਬਰਮਿੰਘਮ ਦੇ ਆਲੇ ਦੁਆਲੇ ਵਿਚਰਦੇ ਹਾਂ ਤੇ ਇੱਥੇ ਅਨੇਕਾਂ ਗੁਰਦੁਆਰੇ, ਜਿੱਦਾਂ ਆਪਾਂ ਹੁਣ ਸਿੰਘ ਸਭਾ ਸਮਰਸੈਟ ਆ, ਉਹਨੂੰ ਸਾਰੇ ਲੋਕੀ ਕਹਿ ਦਿੰਦੇ ਜੀ ਸਮਰਸੈਟ ਗੁਰਦੁਆਰਾ। ਇਹ ਜਿਹੜੇ ਲੋਕਾਂ ਦੇ ਨਾਮ ਮੂੰਹ ਚੜੇ ਆ ਉਹ ਸੁਭਾਵਿਕ ਹੀ ਆਪਾਂ ਉਹਨਾਂ ਨਾਮਾਂ ਨੂੰ ਲੈ ਦਿੰਦੇ ਆ। ਲੇਕਿਨ ਸਾਡਾ ਕੋਈ ਵੀਰ, ਸਾਡੀ ਕੋਈ ਭੈਣ ਇਸ ਚੀਜ਼ ਦਾ ਗੁੱਸਾ ਨਾ ਕਰਿਆ ਕਰੋ ਕਿ ਭਾਈ ਸਾਡੇ ਗੁਰਦੁਆਰਾ ਸਾਹਿਬ ਦਾ ਨਾਂ ਜਿਹੜਾ ਸੀ ਉਹਦੇ ਮੂਹਰੇ ਤੁਸੀਂ ਆਹ ਨਹੀਂ ਲਿਖਿਆ ਜਾਂ ਤੁਸੀਂ ਆਹ ਐਡ ਕਰਤਾ, ਕਿਉਂਕਿ ਭੁੱਲਣ ਅੰਦਰ ਜਿੱਦਾਂ ਬੰਦਾ ਗਲਤੀਆਂ ਕਰਦਾ, ਲੇਕਿਨ ਜਿਹੜਾ ਬੰਦਾ ਮਾਫ ਕਰੇ ਉਹ ਵੱਡਾ ਹੁੰਦਾ। ਸੋ ਇਸ ਕਰਕੇ ਅਸੀਂ ਜੇ ਅੱਜ ਪ੍ਰੋਗਰਾਮ ਵਿੱਚ ਵੀ ਕਿਸੇ ਗੁਰਦੁਆਰਾ ਸਾਹਿਬ ਦਾ ਨਾਮ ਪ੍ਰੋਪਰ ਜਾਂ ਵਧੀਆ ਜੋ ਲਿਖਿਆ ਉਹਦੇ ਬੋਰਡ ਤੇ ਉਹ ਨਹੀਂ ਲੈ ਸਕਦੇ, ਕਿਉਂਕਿ ਜੋ ਸਾਡੇ ਮੂੰਹ ਚੜਿਆ ਅਨੇਕਾਂ ਸਾਲਾਂ ਤੋਂ ਅਸੀਂ ਕਮਿਊਨਿਟੀ 'ਚ ਵਿਚਰ ਰਹੇ ਹਾਂ। ਡਾਕਟਰ ਸਾਹਿਬ ਤੁਸੀਂ ਤਾਂ ਸਾਡੇ ਤੋਂ ਪਹਿਲਾਂ ਦੇ ਹੋ, ਬਾੜਾ ਸਾਹਿਬ ਤੁਸੀਂ, ਕਿਉਂਕਿ ਆਪਣੇ ਕੋ 4-5 ਮਿੰਟ ਹਜੇ ਬਾਕੀ ਨੇ, ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ ਕਿਉਂਕਿ ਕਈ ਵਾਰੀ ਆਪਾਂ ਏਦਾਂ ਹੀ ਕਹਿੰਦੇ ਨੇ ਵੀ ਓਲਡਵਰੀ ਵਾਲਾ ਗੁਰਦੁਆਰਾ, ਸਮੈਦਿਕ ਵਾਲਾ ਗੁਰਦੁਆਰਾ ਜੀ, ਹਨਾ, ਸਟੈਪਰ ਰੋਡ ਵਾਲਾ ਗੁਰਦੁਆਰਾ। ਸੋ ਮਤਲਬ ਕਈ ਵਾਰੀ ਆਪਾਂ ਪੂਰਾ ਨਾਮ ਲੈਣ ਤੋਂ ਜਾਂ ਕਈਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਗੁਰੂ ਨਾਨਕ ਗੁਰਦੁਆਰਾ ਹੈ ਜਾਂ ਸਿੰਘ ਸਭਾ ਗੁਰਦੁਆਰਾ ਹੈ। ਚਲੋ ਐਨੀਵੇ ਇਹ ਚੀਜ਼ ਤੇ ਆਪ ਨੇ ਬਹੁਤ ਕਲੀਅਰ ਕਰਤਾ। ਬਾਕੀ ਦੂਸਰੀ ਚੀਜ਼ ਇਹ ਆ ਕਿ ਜਿਹੜੇ ਬਜ਼ੁਰਗ ਤੁਰ ਫਿਰ ਚੱਲਣ ਨਹੀਂ ਸਕਦੇ, ਜਿੰਨੀ ਦੇਰ ਉਹ ਤੁਰ ਸਕਦੇ ਨਾਲ ਤੁਰ ਸਕਦੇ ਨੇ, ਨਹੀਂ ਤਾਂ ਕੋਚਾਂ ਦਾ ਪਿੱਛੇ ਪ੍ਰਬੰਧ ਹੈਗਾ ਆ, ਐਂਬੂਲੈਂਸ ਦਾ ਪਿੱਛੇ ਪ੍ਰਬੰਧ ਆ। ਮਤਲਬ ਇਹ ਚੀਜ਼ ਦੇ ਨਾਲ ਉਹ ਕੋਚਾਂ ਦੇ ਵਿੱਚ ਵੀ ਪਿੱਛੇ ਬੈਠ ਸਕਦੇ ਨੇ ਜਿਹੜੇ ਤੁਰਨ ਤੋਂ ਸਮਰੱਥ ਨੇ ਜੀ। ਹਾਂਜੀ, ਸੋ ਮਤਲਬ ਏਦਾਂ ਦੀਆਂ ਜਿਹੜੀਆਂ ਸੇਵਾਵਾਂ ਹੈਗੀਆਂ ਉਹ ਗੁਰਦੁਆਰਾ ਆਪਣੇ ਸੈਂਟਵੈਲ ਤੇ ਬਰਮਿੰਘਮ ਕਾਉਂਸਲ ਵੱਲੋਂ ਅਪਲਾਈ ਕੀਤੀ ਜਾ ਰਹੀਆਂ ਨੇ। ਬਾਕੀ ਦੂਸਰੀ ਚੀਜ਼ ਜਿਹੜੀ ਆ, ਇੱਕ ਮੈਂ ਹੋਰ ਕਹਿਣੀ ਚਾਹੁੰਦਾ, ਕਈ ਵਾਰੀ ਜਦੋਂ ਮੇਲੇ ਹੁੰਦੇ ਸੀ, ਮੇਲੇ ਤੋਂ ਬਾਅਦ ਫਿਰ ਆਪਣੀਆਂ ਗੱਡੀਆਂ ਲੈ ਕੇ ਝੰਡੇ ਲਾ ਕੇ ਹੱਥਾਂ 'ਚ ਕਈਆਂ ਨੇ ਡੱਬੇ ਵੀ ਫੜੇ ਹੁੰਦੇ ਸੀਗੇ, ਫਿਰ ਸ਼ਾਮ ਨੂੰ ਸੋ ਰੋਡ ਦੇ ਉੱਪਰ ਬਾਹਰ ਉਹਨਾਂ ਨੇ ਗੱਡੀਆਂ ਤੇ ਹੌਰਨ ਵਜਾ ਕੇ ਬਾਕੀਆਂ ਨੂੰ ਉਹ ਸਟਕ ਕਰਦੇ ਸੀਗੇ। ਸੋ ਇਹੋ ਜਿਹੇ ਵੀ ਕੋਈ ਮਗਰੋਂ ਹਰਕਤ ਨਹੀਂ ਹੋਣੀ ਚਾਹੀਦੀ ਕਿ ਜੇ ਨਾਲ ਆਪਾਂ ਕਿਸੇ ਹੋਰ ਕਮਿਊਨਿਟੀ ਨੂੰ ਜਾਂ ਪਬਲਿਕ ਨੂੰ
ਕਿਸੇ ਨਾਲ ਉਹਨਾਂ ਨੂੰ ਜਿਹੜੀ ਦਿੱਕਤ ਆਵੇ, ਉਹਨਾਂ ਨੂੰ ਰੋਡ ਤੇ ਜਾਣ ਦੀ ਦਿੱਕਤ ਆਵੇ, ਵੀ ਆਪਾਂ ਆਪਣੀਆਂ ਗੱਡੀਆਂ ਕਈ ਵਾਰ ਹੁੰਦੇ ਬੂ ਸਟਰੀਟ ਤੋਂ ਟਰਨ ਕਰਕੇ ਸੋ ਰੋਡ ਗੁਰਦੁਆਰਾ ਸਾਹਿਬ ਕੋਲੋਂ ਟਰਨ ਕਰਕੇ ਫਿਰ ਸੋ ਰੋਡ ਨੂੰ ਬਲੌਕ ਕਰਕੇ ਇੱਦਾਂ ਚੱਲਦੇ ਰਹਿੰਦੇ। ਉਹ ਚੀਜ਼ ਵੀ ਮਗਰੋਂ ਨਹੀਂ ਹੋਣੀ ਚਾਹੀਦੀ। ਉਹ ਵੀ ਮੈਂ ਮਤਲਬ ਇਹ ਸੰਗਤਾਂ ਅੱਗੇ ਬੇਨਤੀ ਕਰਦਾ। ਬਾਕੀ ਇਹ ਹੈ ਕਿ ਸਾਰੀ ਸੰਗਤਾਂ ਨੂੰ ਇਹੀ ਅਪੀਲ ਹੈ ਕਿ ਵੀ ਜਿੱਥੇ ਜਿੱਥੇ ਆਪ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ, ਉੱਥੇ ਉੱਥੇ ਤੱਕ ਪਹੁੰਚੋ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਕੀ ਕਮਿਊਨਿਟੀਆਂ ਨੂੰ ਆਪਣਾ ਜੋ ਸਾਜਨਾ ਦਿਵਸ ਆ, ਆਪਣਾ ਇਹ ਖਾਲਸੇ ਦਾ ਪ੍ਰਗਟ ਦਿਵਸ ਆ, ਇਹਨੂੰ ਆਪਾਂ ਧੂਮ ਧਾਮ ਨਾਲ ਮਨਾਈਏ। ਜਿਸ ਤਰ੍ਹਾਂ ਬਾਕੀ ਸ਼ਹਿਰਾਂ 'ਚ ਵੀ ਮੰਨਿਆ ਗਿਆ, ਛੋਟੇ ਛੋਟੇ ਸ਼ਹਿਰਾਂ ਵਿੱਚ ਵੀ ਨਗਰ ਕੀਰਤਨ ਨਿਕਲੇ ਨੇ, ਪਰ ਲੇਕਿਨ ਇਹ ਪਤਾ ਲੱਗੇ ਕਿ ਸੈਂਡਵਿਲ ਤੇ ਬਰਮਿੰਘਮ ਕਾਉਂਸਲ, ਕਿਉਂਕਿ ਅੱਗੇ ਵੀ ਵੈਸੇ ਰਲ ਕੇ ਹੀ ਹੁੰਦੀ ਸੀ, ਪਰ ਸੈਂਡਵਿਲ ਦੀ ਕਾਉਂਸਲ ਦੇ ਸਮੈਤ ਦੇ ਕੋਲੋਂ ਗੁਰਦੁਆਰੇ ਸਾਹਿਬ ਸਾਰੇ ਰਲ ਕੇ ਆਉਂਦੇ ਸਨ ਤੇ ਇਧਰੋਂ ਜਿਹੜਾ ਗ੍ਰਾਮ ਸੀਟ ਤੋਂ ਸੀ ਇਧਰੋਂ ਪਿਛਲੇ ਸਾਰੀਆਂ ਸਾਈਡਾਂ ਦੇ ਗੁਰਦੁਆਰੇ ਰੱਖ ਕੇ 2 ਨਗਰ ਕੀਰਤਨ ਆਉਂਦੇ ਹੁੰਦੇ ਸਨ, ਜਿਹੜੇ ਕਿ ਫਿਰ ਹੈਂਡਜ਼ੋਰ ਪਾਰਕ ਚ ਆਉਂਦੇ ਸਨ। ਪਰ ਲੇਕਿਨ ਇਸ ਟਾਈਮ ਦੋਨੇ ਕਾਉਂਸਲਾਂ ਵੇ ਰਲ ਕੇ ਨਗਰ ਕੀਰਤਨ ਬੜੀ ਧੂਮਧਾਮ ਨਾਲ ਕੱਢ ਰਹੇ ਨੇ। ਉਹ ਸਾਰੇ ਸੰਗਤਾਂ ਨੂੰ ਇਹੋ ਅਪੀਲ ਹੈ ਕਿ ਹੁਮ ਆ ਕੇ ਪਹੁੰਚੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬਿਲਕੁਲ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਬਾੜਾ ਸਾਹਿਬ ਕਿ ਜਿਹੜੀ ਕਾਰਾਂ ਦੀ, ਉਹ ਮੈਂ ਪਹਿਲਾਂ ਹੀ ਤਦੀ ਡਾਕਟਰ ਸਾਹਿਬ ਨਾਲ ਕਲੀਅਰ ਕੀਤਾ ਸੀ। ਇੱਥੇ ਸਾਡੀ ਗੱਲ ਤਾਂ ਕੋਈ ਗੁੱਸਾ ਨਾ ਕਰ ਲਵੇ ਕਿ ਅਸੀਂ ਬਾਰ-ਬਾਰ ਇਹ ਗੱਲ ਕਾਹਦੀ ਕਹਿੰਦੇ ਆ। ਉਹ ਅਸੀਂ ਇਸ ਕਰਕੇ ਕਹਿੰਦੇ ਆ ਕਿ ਜਦੋਂ ਪ੍ਰਬੰਧ ਵਿੱਚ ਹੋਣ ਦੇ ਪਤਾ ਲੱਗਦਾ ਕਿ ਜਦੋਂ ਅਸੀਂ ਮੁੜ ਕੇ ਆਉਣ ਵਾਲੇ ਸਾਲਾਂ 'ਚ, ਆਉਣ ਵਾਲੇ ਸਮਿਆਂ 'ਚ ਕੌਂਸਲਾਂ ਕੋਲੋਂ ਪਰਮਿਸ਼ਨ ਲੈਣ ਜਾਈਦਾ, ਤੇ ਸਭ ਤੋਂ ਵੱਡਾ ਸਵਾਲ ਸਾਡੇ ਮੂਹਰੇ ਇਹੀ ਰੱਖਿਆ ਜਾਂਦਾ ਕਿ ਤੁਹਾਡੇ ਨੌਜਵਾਨ ਬੱਚੇ ਬੱਚੀਆਂ ਆਹ ਕੰਮ ਕਰਦੇ, ਇਸ ਕਰਕੇ ਪਰਮਿਸ਼ਨ ਲੈਣ ਵਿੱਚ ਬਹੁਤ ਦਿੱਕਤਾਂ ਆਉਂਦੀਆਂ ਨੇ। ਇਸ ਕਰਕੇ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਤੁਸੀਂ ਇਹ ਜਿਹੜੇ ਕੰਮ ਨੇ, ਜਿਸ ਤਰ੍ਹਾਂ ਬਾੜਾ ਸਾਹਿਬ ਨੇ ਵੀ ਕਿਹਾ, ਡਾਕਟਰ ਸਾਹਿਬ ਨੇ ਵੀ ਕਿਹਾ, ਨਾ ਕਰਿਓ। ਡਾਕਟਰ ਸਾਹਿਬ, ਆਮ ਸੰਗਤਾਂ ਦਾ ਇੱਕ ਪੁੱਛਣਾ, ਕਈਆਂ ਨੇ ਪੁੱਛਿਆ, ਮੇਰੇ ਕੋਲੋਂ ਵੀ ਪੁੱਛਿਆ, ਤੁਹਾਡੇ ਕੋਲੋਂ ਵੀ ਸ਼ਾਇਦ ਪੁੱਛਿਆ ਹੋਊਗਾ ਕਈਆਂ ਸੰਗਤਾਂ ਨੇ, ਕਿ ਆਉਣ ਵਾਲੇ ਸਮੇਂ 'ਚ ਭਾਵ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ ਕੀ ਮੁੜ ਕੇ ਜੋ ਮੇਲਾ ਜਿਸ ਤਰ੍ਹਾਂ ਪਹਿਲਾਂ ਲੱਗਦਾ ਸੀ ਪਾਰਕ ਵਿੱਚ, ਉਸੇ ਤਰ੍ਹਾਂ ਹੋਇਆ ਕਰੇਗਾ? ਜਾਏਗਾ, ਡੈਫੀਨੇਟਲੀ ਹੋਇਆ ਕਰੇਗਾ। ਇਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਉਸਦਾ ਕਾਰਜ ਉਹਦਾ ਆਪਣਾ ਹੈ, ਉਹਨੂੰ ਆਪ ਕਰਾਉਣਾ ਹੈ। ਹਾਂਜੀ, ਅਸੀਂ ਨੈਕਸਟ ਈਅਰ ਜਿਹੜੀ ਹੈਗੀ ਆ ਉਹ ਪਲੈਨਿੰਗ ਇਹ ਆ ਕਿ ਉਹ ਹੈਂਡਸ ਆਫ ਪਾਰਕ ਦੇ ਵਿੱਚ ਮੁੜ ਕੇ ਆ ਜਾਏਗਾ। ਕੋਸ਼ਿਸ਼ ਇਹੀ ਕਰਨੀ ਹੈ ਤੇ ਮਾਲਕ ਦੇ ਮੂਹਰੇ ਅਰਦਾਸ ਬੇਨਤੀ ਹੈ। ਚਲੋ ਡਾਕਟਰ ਸਾਹਿਬ, ਮੈਂ ਤੁਹਾਡਾ ਧੰਨਵਾਦੀ ਹਾਂ ਦੋਨਾਂ ਭਰਾਵਾਂ ਦਾ, ਕਿਉਂਕਿ ਸਮਾਂ ਆਪਣੀ ਸਮਾਪਤੀ ਵੱਲ ਵੱਧ ਗਿਆ। ਦੁਬਾਰਾ ਫਿਰ ਮੈਂ ਬੇਨਤੀ ਕਰਦਾ ਸਮੂਹ ਸੰਗਤਾਂ ਨੂੰ, ਬਰਮਿੰਘਮ ਜਿਸ ਦੇ ਆਲੇ ਦੁਆਲੇ ਸ਼ਹਿਰਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ, ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ, ਕਿ ਵੱਧ ਤੋਂ ਵੱਧ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਖੁਸ਼ੀਆਂ ਦਾ ਲਾਹਾ ਪ੍ਰਾਪਤ ਕਰੋ ਜੀ। ਸੋ ਸਾਡੇ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।